ਕਾਨੂੰਨ ਅੱਜ ਤੱਕ ਕਦੇ ਰੱਦ ਹੋਏ ਨਹੀਂ ਔਰ ਕਾਨੂੰਨ ਰੱਦ ਕਰਨ ਦੀ ਲੋੜ ਵੀ ਨਹੀਂ ਹੈ। ਕਾਨੂੰਨ ਸਾਡੇ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਹੋਏ ਨੇ ਜੀ। ਆਜ਼ਾਦੀ ਦੇ ਬਾਅਦ ਵੀ ਕਾਨੂੰਨ ਬਣੇ ਨੇ, ਆਜ਼ਾਦੀ ਦੇ ਵਿੱਚ ਵੀ ਕਾਨੂੰਨ ਬਣੇ ਨੇ ਔਰ ਕਾਨੂੰਨਾਂ ਦੇ ਵਿੱਚ ਸੋਧ ਜਿਹੜੀ ਹੈ 10-10 ਵਾਰੀ 20 ਵਾਰੀ ਸੋਧ ਹੋਈ ਹੈ ਔਰ ਸੋਧਾਂ ਨਾਲ ਸਾਡਾ ਜਦੋਂ ਕੰਮ ਬਣਦਾ ਹੈ, ਜੋ ਸਮੱਸਿਆ ਉਹਦੇ ਵਿੱਚ ਜਿਹੜੀ ਗੱਲ ਹੈ ਉਹ ਨਿਕਲਦੀ ਹੈ। ਪਰ ਅਸੀਂ ਉਹਨੂੰ ਕਾਲਾ ਕਾਨੂੰਨ ਕਹਿੰਦੇ ਹਾਂ। ਕਾਲਾ ਕਾਨੂੰਨ ਇਸ ਕਰਕੇ ਕਹਿੰਦੇ ਹਾਂ ਕਿ ਜਥੇਬੰਦੀਆਂ ਨੇ ਜਿਹੜੀ ਉਹਦੇ ਵਿੱਚ ਔਕੜਾਂ ਸੀ ਸਾਰੀ ਕੱਢਤੀ, ਹੁਣ ਤਾਂ ਕਾਨੂੰਨ ਚਿੱਟਾ ਹੀ ਹੋ ਗਿਆ, ਹੁਣ ਕਾਲਾ ਕਿੱਥੋਂ ਰਹਿ ਗਿਆ। ਮੀਟਿੰਗ ਨਾ ਹੋਣ ਦਾ ਕਾਰਨ 8 ਤਾਰੀਖ ਦੇ ਬਾਅਦ ਕਾਰਨ ਇਹ ਰਿਹਾ ਕਿ ਯੈਸ ਔਰ ਨੋ, ਔਰ ਯੈਸ ਔਰ ਨੋ ਜਿੱਥੇ ਹੁੰਦੀ ਹੈ ਫਿਰ ਉੱਥੇ ਕੋਈ ਮੀਟਿੰਗ ਦਾ ਮਹੱਤਵ ਨਹੀਂ ਰਹਿੰਦਾ। ਜਦੋਂ ਯੈਸ ਔਰ ਨੋ ਹੋਣੀ ਹੋਵੇ ਤਾਂ ਫਿਰ ਡਿਸਕਸ਼ਨ ਜਾਂ ਕੋਈ ਗੱਲ ਅੱਗੇ ਟੁਰਦੀ ਨਹੀਂ ਹੈ। ਲੱਖ ਲੋਕ ਅੱਜ ਸੜਕਾਂ 'ਤੇ ਬੈਠੇ, ਸਰਕਾਰ ਨੂੰ ਵੀ ਚਿੰਤਾ ਹੈ ਇਸ ਚੀਜ਼ ਦੀ, ਤਾਂ ਕਿ ਜਲਦੀ ਸਰਕਾਰ ਵੀ ਚਾਹੁੰਦੀ ਹੈ, ਕਿਸਾਨ ਜਥੇਬੰਦੀਆਂ ਵੀ ਚਾਹੁੰਦੀ ਹੈ ਕਿ ਹੱਲ ਹੋ ਕੇ ਤੇ ਆਪਣੇ ਆਪਣੇ ਘਰਾਂ ਨੂੰ ਸਹੀ ਸਲਾਮਤ ਸਾਰੇ ਜਾਣ। ਹੁਣ ਜਥੇਬੰਦੀਆਂ ਨੇ ਵੀ ਵੱਡਾ ਜੇਰਾ ਕਰਕੇ, ਵੱਡਾ ਦਿਲ ਕਰਕੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਯੈਸ ਔਰ ਨੋ ਤੋਂ ਹੁਣ ਅੱਗੇ ਵਧਾਂਗੇ ਔਰ ਸਰਕਾਰ ਸਾਨੂੰ ਜਿਹੜਾ ਸੱਦਾ ਦੇ ਰਹੀ ਹੈ ਔਰ ਸਰਕਾਰ ਪਹਿਲੇ ਵੀ ਤਿਆਰ ਸੀ ਵੀ ਆਓ ਆਪਾਂ ਮੀਟਿੰਗ ਕਰੀਏ, ਮੀਟਿੰਗਾਂ ਨਾਲ ਹੀ ਹੱਲ ਨਿਕਲਣਾ ਹੈ। ਤਾਂ ਹੁਣ ਜਲਦੀ ਸਰਕਾਰ ਜਿਹੜਾ ਹੈ ਉਹ ਸੱਦਾ ਪੱਤਰ ਕਹਿ ਦਈਏ ਜਾਂ ਉਹਨਾਂ ਨੂੰ ਮੀਟਿੰਗ ਦੀ ਜਿਹੜੀ ਸੂਚਨਾ ਹੈ ਅੱਜ ਮਿਲ ਜੇ ਜਾਂ ਕੱਲ੍ਹ ਮਿਲ ਜੇ, ਔਰ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ। ਔਰ ਅਸੀਂ ਪੂਰਾ ਪ੍ਰਮਾਤਮਾ ਤੋਂ ਬਾਬੇ ਨਾਨਕ ਤੋਂ ਵੀ ਪ੍ਰਾਰਥਨਾ ਕਰਦੇ ਹਾਂ ਕਿ ਇੰਨੇ ਕਿਸਾਨ ਬੈਠੇ ਨੇ, ਇੰਨੀ ਠੰਡ ਪੈ ਰਹੀ ਹੈ, ਇੰਨੀ ਬੜੀ ਮੁਸ਼ਕਿਲ ਹੁੰਦੀ ਹੈ ਘਰੋਂ ਬੇਘਰ ਹੋਣਾ, ਤਾਂ ਅਸੀਂ ਵੀ ਪ੍ਰਾਰਥਨਾ ਕਰਦੇ ਹਾਂ ਕਿ ਆਹ ਜਿਹੜੀ ਮੀਟਿੰਗ ਹੋਵੇ ਤੇ ਹੱਲ ਨਿਕਲ ਜਾਵੇ, ਹੱਲ ਨਿਕਲੇਗਾ। ਲਗਭਗ 25 ਦਿਨ ਹੋ ਚੁੱਕੇ ਨੇ, ਕਿਸਾਨ ਜਥੇਬੰਦੀਆਂ ਹਾਲੇ ਵੀ ਬਾਰਡਰਾਂ ਦੇ ਉੱਤੇ ਡਟੀਆਂ ਹੋਈਆਂ ਨੇ। ਬੈਠਕਾਂ ਦਾ ਦੌਰ ਬੰਦ ਹੋ ਚੁੱਕਿਆ ਸੀ ਕਿਉਂਕਿ ਕਿਸਾਨ ਜਿਹੜੇ ਨੇ ਉਹ ਯੈਸ ਔਰ ਨੋ ਦੀ ਨੀਤੀ ਉੱਤੇ ਆ ਗਏ ਸੀਗੇ। ਗੱਲਬਾਤ ਸਹਿਮਤੀ ਜਿਹੜੀ ਨਹੀਂ ਹੋ ਪਾ ਰਹੀ ਸੀ। ਗ੍ਰਹਿ ਮੰਤਰੀ ਜੀ ਨਾਲ ਵੀ ਬੈਠਕ ਹੋਈ ਲੇਕਿਨ ਉਹ ਵੀ ਬੇਸਿੱਟਾ ਰਹੀ। ਕਿਸਾਨ ਜਥੇਬੰਦੀਆਂ ਹਾਲੇ ਵੀ ਬੇਜਿੱਦ ਨੇ ਕਿ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ। ਹੁਣ ਇਸ ਵਕਤ ਖਬਰ ਜਿਹੜੀ ਹੈ ਇਹੀ ਸਾਹਮਣੇ ਆ ਰਹੀ ਹੈ ਕਿ ਕੇਂਦਰ ਵੱਲੋਂ ਫਿਰ ਜਿਹੜਾ ਇੱਕ ਵਾਰ ਸੱਦਾ ਹੁਣ ਕਿਸਾਨਾਂ ਨੂੰ ਭੇਜਿਆ ਜਾਏਗਾ ਗੱਲਬਾਤ ਕਰਨ ਲਈ। ਗੱਲਾਂ ਜਿਹੜੀਆਂ ਕਿਸਾਨਾਂ ਨਾਲ ਕੀਤੇ ਜਾਣਗੀਆਂ, ਸ਼ੰਕੇ ਜਿਹੜੇ ਆ ਪਹਿਲਾਂ ਗੱਲ ਕੀਤੀ ਜਾਂਦੀ ਸੀ ਉਸ ਤਰ੍ਹਾਂ ਦੂਰ ਕੀਤੇ ਜਾਣਗੇ। ਕਾਨੂੰਨਾਂ ਨੂੰ ਲੈ ਕੇ ਸਰਕਾਰ ਹਮੇਸ਼ਾ ਤਿਆਰ ਹੈ ਗੱਲਬਾਤ ਕਰਨ ਲਈ। ਵਧੇਰੇ ਜਾਣਕਾਰੀ ਲਈ ਸਾਡੇ ਨਾਲ ਪੰਜਾਬ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਸਾਡੇ ਨਾਲ ਮੌਜੂਦ ਹੈਗੇ ਨੇ, ਨਾਲ ਗੱਲਬਾਤ ਕਰ ਰਹੇ ਨੇ ਕਿਉਂਕਿ ਲਗਾਤਾਰ ਰਾਬਤਾ ਜਿਹੜਾ ਹੈ ਕੇਂਦਰ ਨਾਲ ਇਹਨਾਂ ਦਾ ਬਣਿਆ ਹੋਇਆ। ਕਿਸਾਨ ਜਥੇਬੰਦੀਆਂ ਨਾਲ ਵੀ ਬੈਠਕਾਂ ਇਹਨਾਂ ਦੀਆਂ ਹੁੰਦੀ ਰਹਿੰਦੀ ਹੈ, ਗੱਲਬਾਤ ਹੁੰਦੀ ਰਹਿੰਦੀ ਹੈ ਕਿਸਾਨ ਆਗੂਆਂ ਦੇ ਨਾਲ। ਹੁਣ ਅੱਗੇ ਕੀ ਰਣਨੀਤੀ ਤਿਆਰ ਹੋ ਰਹੀ ਹੈ, ਕਿਸ ਤਰੀਕੇ ਦੀ ਗੱਲਬਾਤ ਹੋਏਗੀ ਇਸ ਵਾਰ ਦੁਬਾਰਾ ਜਦੋਂ ਬੈਠਕ ਸ਼ੁਰੂ ਹੋਏਗੀ, ਗੱਲ ਕਰਦੇ ਹਾਂ। ਸਰ, ਹੁਣ ਬੈਠਕਾਂ ਦਾ ਦੌਰ 8 ਦਸੰਬਰ ਤੋਂ ਬਾਅਦ ਜਿਹੜਾ ਬੰਦ ਹੋ ਚੁੱਕਿਆ ਸੀਗਾ। ਗ੍ਰਹਿ ਮੰਤਰੀ ਜੀ ਨਾਲ ਵੀ ਮੁਲਾਕਾਤ ਹੋਈ ਲੇਕਿਨ ਉਹ ਵੀ ਬੇਸਿੱਟਾ ਰਹੀ ਕਿਉਂਕਿ ਕਿਸਾਨ ਜਿਹੜੇ ਨੇ ਯੈਸ ਔਰ ਨੋ ਦੀ ਨੀਤੀ 'ਤੇ ਆਏ ਹੋਏ ਨੇ। ਹੁਣ ਅੱਗੇ ਸਰਕਾਰ ਕੀ ਰਣਨੀਤੀ ਤਿਆਰ ਕਰ ਰਹੀ ਹੈ ਗੱਲਬਾਤ ਕਰਨ ਲਈ? ਦੇਖੋ, ਗ੍ਰਹਿ ਮੰਤਰੀ ਦੇ ਨਾਲ ਮੀਟਿੰਗ ਹੋਈ, ਉਸ ਤੋਂ ਪਹਿਲਾਂ 5 ਮੀਟਿੰਗਾਂ ਹੋਈਆਂ। ਕੋਈ ਨਹੀਂ ਵੀ ਬਗੈਰ ਸਿੱਟਾ ਉਹਦੇ ਵਿੱਚ ਅੱਛੇ ਨਿਕਲੇ ਨੇ ਜੀ। ਔਰ ਜਥੇਬੰਦੀਆਂ ਦੀ ਜਿਹੜੀ ਸਮੱਸਿਆ ਸੀ, ਜੋ ਸ਼ੰਕਾ ਸੀ, ਉਹ ਵਿਚਾਰ ਕਰਕੇ ਸਰਕਾਰ ਨੇ ਹਾਂ ਕਰਤੀ ਜੀ। ਔਰ ਉਹਨਾਂ ਨੇ ਆਪਦੀ ਕਾਫੀ ਜਿਹੜੀ ਉਹਦੇ ਵਿੱਚ ਕਾਨੂੰਨ ਦੇ ਵਿੱਚ ਜਿਹੜੀ ਗੱਲਾਂ ਸੀ ਦੱਸੀਆਂ ਔਰ ਉਹਦੇ ਵਿੱਚ ਆਪਦੇ ਉਹਨਾਂ ਨੇ ਕਹਿਣਾ ਹੈ ਕਿ 9 ਜਿਹੜੀ ਗੱਲਾਂ ਸੀ ਸਾਡੀ ਮੰਨ ਲਈਆਂ। ਅਮੂਮਨ ਜਿਹੜੀ ਉਹ ਪਹਿਲੇ ਤਾਂ ਜਿਹੜੀਆਂ ਜੋ ਵੀ ਸਮੱਸਿਆ ਸੀ ਉਹ ਸਾਰੀ ਸਰਕਾਰ ਨੇ ਮੰਨ ਕੇ ਤੇ ਉਹ ਜਿਹੜੀ ਪ੍ਰਪੋਜ਼ਲ ਬਣਾ ਕੇ ਜਥੇਬੰਦੀਆਂ ਕੋਲ ਭੇਜ ਦਿੱਤੀ ਸੀ। ਜਥੇਬੰਦੀਆਂ ਕੋਲ ਪ੍ਰਪੋਜ਼ਲ ਚਲੀ ਗਈ ਔਰ ਉਹਦੇ ਬਾਅਦ ਉਹਨਾਂ ਨੇ ਜੋ ਜਵਾਬ ਦਿੱਤਾ ਉਹ ਵੀ ਦੇ ਦਿੱਤਾ ਸੀ। ਮੀਟਿੰਗ ਨਾ ਹੋਣ ਦਾ ਕਾਰਨ 8 ਤਾਰੀਖ ਦੇ ਬਾਅਦ ਕਾਰਨ ਇਹ ਰਿਹਾ ਕਿ ਯੈਸ ਔਰ ਨੋ, ਔਰ ਯੈਸ ਔਰ ਨੋ ਜਿੱਥੇ ਹੁੰਦੀ ਹੈ ਫਿਰ ਉੱਥੇ ਕੋਈ ਮੀਟਿੰਗ ਦਾ ਮਹੱਤਵ ਨਹੀਂ ਰਹਿੰਦਾ। ਜਦੋਂ ਯੈਸ ਔਰ ਨੋ ਹੋਣੀ ਹੋਵੇ ਤਾਂ ਫਿਰ ਡਿਸਕਸ਼ਨ ਜਾਂ ਕੋਈ ਗੱਲ ਅੱਗੇ ਟੁਰਦੀ ਨਹੀਂ ਹੈ। ਹੁਣ ਜਥੇਬੰਦੀਆਂ ਨੇ ਵੀ ਵੱਡਾ ਜੇਰਾ ਕਰਕੇ, ਵੱਡਾ ਦਿਲ ਕਰਕੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਯੈਸ ਔਰ ਨੋ ਤੋਂ ਹੁਣ ਅੱਗੇ ਵਧਾਂਗੇ ਔਰ ਸਰਕਾਰ ਸਾਨੂੰ ਜਿਹੜਾ ਸੱਦਾ ਦੇ ਰਹੀ ਹੈ ਔਰ ਸਰਕਾਰ ਪਹਿਲੇ ਵੀ ਤਿਆਰ ਸੀ ਵੀ ਆਓ ਆਪਾਂ ਮੀਟਿੰਗ ਕਰੀਏ, ਮੀਟਿੰਗਾਂ ਨਾਲ ਹੀ ਹੱਲ ਨਿਕਲਣਾ ਹੈ। ਤਾਂ ਹੁਣ ਜਲਦੀ ਸਰਕਾਰ ਜਿਹੜਾ ਹੈ ਉਹ ਸੱਦਾ ਪੱਤਰ ਕਹਿ ਦਈਏ ਜਾਂ ਉਹਨਾਂ ਨੂੰ ਮੀਟਿੰਗ ਦੀ ਜਿਹੜੀ ਸੂਚਨਾ ਹੈ ਅੱਜ ਮਿਲ ਜੇ ਜਾਂ ਕੱਲ੍ਹ ਮਿਲ ਜੇ, ਔਰ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ। ਔਰ ਅਸੀਂ ਪੂਰਾ ਪ੍ਰਮਾਤਮਾ ਤੋਂ ਬਾਬੇ ਨਾਨਕ ਤੋਂ ਵੀ ਪ੍ਰਾਰਥਨਾ ਕਰਦੇ ਹਾਂ ਕਿ ਇੰਨੇ ਕਿਸਾਨ ਬੈਠੇ ਨੇ, ਇੰਨੀ ਠੰਡ ਪੈ ਰਹੀ ਹੈ, ਇੰਨੀ ਬੜੀ ਮੁਸ਼ਕਿਲ ਹੁੰਦੀ ਹੈ ਘਰੋਂ ਬੇਘਰ ਹੋਣਾ, ਤਾਂ ਅਸੀਂ ਵੀ ਪ੍ਰਾਰਥਨਾ ਕਰਦੇ ਹਾਂ ਕਿ ਆਹ ਜਿਹੜੀ ਮੀਟਿੰਗ ਹੋਵੇ ਤੇ ਹੱਲ ਨਿਕਲ ਜਾਵੇ, ਹੱਲ ਨਿਕਲੇਗਾ ਜੀ। ਸਰ, ਇੱਕ ਪ੍ਰਸਤਾਵ ਵੀ ਜਿਹੜਾ ਬਣਾ ਕੇ ਭੇਜਿਆ ਗਿਆ ਸੀਗਾ ਬੈਠਕ ਤੋਂ ਬਾਅਦ, ਜਦੋਂ ਅਮਿਤ ਸ਼ਾਹ ਜੀ ਨਾਲ ਬੈਠਕ ਹੋਈ ਸੀ, ਉਹ ਪ੍ਰਸਤਾਵ ਨੂੰ ਵੀ ਕਿਸਾਨਾਂ ਨੇ ਸਮਝਿਆ ਲੇਕਿਨ ਬੈਠਕ ਦੀ ਤੁਸੀਂ ਗੱਲ ਕਰ ਰਹੇ ਹੋ। ਹੁਣ ਫਿਰ ਕੇਂਦਰ ਜਿਹੜੀ ਹੈ ਹਮੇਸ਼ਾ ਤਿਆਰ ਹੈ ਗੱਲਬਾਤ ਕਰਨ ਲਈ ਕਿਸਾਨਾਂ ਲਈ। ਤੁਸੀਂ ਕਹਿ ਰਹੇ ਹੋ ਸੋਧ ਹੋ ਜਾਣਗੇ ਲੇਕਿਨ ਕਾਨੂੰਨ ਵਾਪਸ ਨਹੀਂ ਹੋਣਗੇ, ਸਰਕਾਰ ਕਹਿ ਰਹੀ ਹੈ। ਲੇਕਿਨ ਕਿਸਾਨ ਜਿਹੜੇ ਨੇ ਹੁਣ ਯੈਸ ਔਰ ਨੋ ਤੋਂ ਤੁਸੀਂ ਕਹਿ ਰਹੇ ਹੋ ਅੱਗੇ ਵੱਧ ਰਹੇ ਨੇ। ਕਿਸਾਨ ਜਥੇਬੰਦੀਆਂ ਜਿਹੜੀਆਂ ਗੱਲਬਾਤ ਕਰਨਗੀਆਂ ਲੇਕਿਨ ਕਾਨੂੰਨ ਵਾਪਸ ਨਾ ਕਰਨ ਦਾ ਕੀ ਅਸੀਂ ਕਾਰਨ ਮੰਨ ਸਕਦੇ? ਕਿਉਂਕਿ ਕਿਸਾਨ ਜਥੇਬੰਦੀਆਂ ਕਹਿ ਰਹੇ ਨੇ ਤੁਸੀਂ ਮੁੜ ਤੋਂ ਰੱਦ ਕਰੋ, ਸਾਨੂੰ ਕਾਨੂੰਨ ਨਹੀਂ ਚਾਹੀਦੇ। ਕਾਨੂੰਨ ਅੱਜ ਤੱਕ ਕਦੇ ਰੱਦ ਹੋਏ ਨਹੀਂ ਔਰ ਕਾਨੂੰਨ ਰੱਦ ਕਰਨ ਦੀ ਲੋੜ ਵੀ ਨਹੀਂ ਹੈ। ਕਾਨੂੰਨ ਸਾਡੇ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਹੋਏ ਨੇ ਜੀ। ਆਜ਼ਾਦੀ ਦੇ ਬਾਅਦ ਵੀ ਕਾਨੂੰਨ ਬਣੇ ਨੇ, ਆਜ਼ਾਦੀ ਦੇ ਵਿੱਚ ਵੀ ਕਾਨੂੰਨ ਬਣੇ ਨੇ ਔਰ ਕਾਨੂੰਨਾਂ ਦੇ ਵਿੱਚ ਸੋਧ ਜਿਹੜੀ ਹੈ 10-10 ਵਾਰੀ 20 ਵਾਰੀ ਸੋਧ ਹੋਈ ਹੈ ਔਰ ਸੋਧਾਂ ਨਾਲ ਸਾਡਾ ਜਦੋਂ ਕੰਮ ਬਣਦਾ ਹੈ, ਜੋ ਸਮੱਸਿਆ ਉਹਦੇ ਵਿੱਚ ਜਿਹੜੀ ਗੱਲ ਹੈ ਉਹ ਨਿਕਲਦੀ ਹੈ। ਔਰ ਅਸੀਂ ਉਹਨੂੰ ਕਾਲਾ ਕਾਨੂੰਨ ਕਹਿੰਦੇ ਹਾਂ। ਕਾਲਾ ਕਾਨੂੰਨ ਇਸ ਕਰਕੇ ਕਹਿੰਦੇ ਹਾਂ ਕਿ ਜਥੇਬੰਦੀਆਂ ਨੇ ਜਿਹੜੀ ਉਹਦੇ ਵਿੱਚ ਔਕੜਾਂ ਸੀ ਸਾਰੀ ਕੱਢਤੀ, ਹੁਣ ਤਾਂ ਕਾਨੂੰਨ ਚਿੱਟਾ ਹੀ ਹੋ ਗਿਆ, ਹੁਣ ਕਾਲਾ ਕਿੱਥੋਂ ਰਹਿ ਗਿਆ ਜਦੋਂ ਸਾਰੀ ਗੱਲ ਮੰਨੀ ਗਈ ਹੈ।
ਤਾਂ ਹੁਣ ਜਥੇਬੰਦੀਆਂ ਦੀ ਅਗਲੀ ਮੀਟਿੰਗ ਹੋਈ, ਉਹਦੇ ਵਿੱਚ ਅੱਛਾ ਹੱਲ ਜਿਹੜਾ ਨਿਕਲੇਗਾ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਸਾਰੇ ਲੋਕਾਂ ਨੇ ਕੋਗ ਕਰ ਲਿਆ, ਸੋਚ ਲਿਆ, ਸਮਝ ਲਿਆ, ਸੋਚ ਸਮਝ ਕੇ ਐਤਕੀ ਬੈਠਣਗੇ। ਔਰ ਚਿੰਤਾ ਸਾਰਿਆਂ ਨੂੰ, ਜਥੇਬੰਦੀਆਂ ਨੂੰ ਵੀ ਚਿੰਤਾ ਹੈ ਕਿ ਜਿਹੜੇ ਲੱਖ ਲੋਕ ਅੱਜ ਸੜਕਾਂ 'ਤੇ ਬੈਠੇ ਆ, ਸਰਕਾਰ ਨੂੰ ਵੀ ਚਿੰਤਾ ਹੈ ਇਸ ਚੀਜ਼ ਦੀ, ਤਾਂ ਕਿ ਜਲਦੀ ਸਰਕਾਰ ਵੀ ਚਾਹੁੰਦੀ ਹੈ, ਕਿਸਾਨ ਜਥੇਬੰਦੀਆਂ ਵੀ ਚਾਹੁੰਦੀ ਹੈ ਕਿ ਹੱਲ ਹੋ ਕੇ ਤੇ ਆਪਣੇ ਆਪਣੇ ਘਰਾਂ ਨੂੰ ਸਹੀ ਸਲਾਮਤ ਸਾਰੇ ਜਾਣ। ਤਾਂ ਇਸ ਵਕਤ ਬੈਠਕ ਦਾ ਜਿਹੜਾ ਹੈ ਕੀ ਰਣਨੀਤੀ ਰਹੇਗੀ, ਕ੍ਰਾਈਟੇਰੀਆ ਕੀ ਰਹੇਗਾ? ਕਿਉਂਕਿ ਜਦੋਂ ਗ੍ਰਹਿ ਮੰਤਰੀ ਜੀ ਨਾਲ ਬੈਠਕ ਹੋਈ ਸੀ ਤੇ ਕੁਝ ਕੁ ਜਥੇਬੰਦੀਆਂ ਨੂੰ ਸੱਦਾ ਜਿਹੜਾ ਦਿੱਤਾ ਗਿਆ ਸੀਗਾ, ਅਮਿਤ ਸ਼ਾਹ ਜੀ ਵੱਲੋਂ ਫੋਨ 'ਤੇ ਗੱਲਬਾਤ ਹੋਈ ਸੀਗੀ, ਕੋਈ ਜਥੇਬੰਦੀਆਂ ਵਿੱਚ ਮਤਭੇਦ ਵੀ ਜਿਹੜੇ ਆ ਪੈਦਾ ਹੋਣੇ ਸ਼ੁਰੂ ਹੋ ਗਏ ਸੀ ਕਿ ਅੱਧੇ ਜਥੇਬੰਦੀਆਂ ਨੂੰ ਸੱਦਾ ਦੇਤਾ ਲੇਕਿਨ ਬਾਕੀਆਂ ਨੂੰ ਨਹੀਂ ਦਿੱਤਾ ਗਿਆ, ਤੇ ਇਸ ਬਾਰੇ ਚਰਚਾ ਜਿਹੜੀ ਹੈ ਕਾਫੀ ਚੱਲ ਰਹੀ ਸੀਗੀ। ਨਹੀਂ, ਇਹ ਕੋਈ ਚਰਚਾ ਨਹੀਂ ਹੈ, ਉਹ ਤਾਂ ਅਮਿਤ ਸ਼ਾਹ ਜੀ ਨੇ ਕਿਹਾ ਵੀ ਇੱਕ ਛੋਟਾ ਗਰੁੱਪ ਹੋਏ, ਔਰ ਛੋਟੇ ਗਰੁੱਪ ਦੇ ਵਿੱਚ ਅੱਛੀ ਗੱਲ ਹੋ ਸਕਦੀ ਹੈ, ਔਰ ਉਹ ਕੋਈ ਪ੍ਰੋਟੋਕੋਲ ਦੇ ਨਾਲ ਨਹੀਂ। ਆਓ ਆਪਾਂ ਬੈਠ ਕੇ ਕੋਈ ਤੁਸੀਂ ਆਪਦੀ ਗੱਲ ਦੱਸੋ, ਮੈਨੂੰ ਜਿਹੜੀ ਗੱਲ ਨਹੀਂ ਸਮਝੇ ਤੁਸੀਂ ਸਮਝਾਓ, ਮੈਂ ਤੁਹਾਨੂੰ ਸਮਝਾਓ ਕਰਕੇ। ਉਹ ਤਾਂ ਜਥੇਬੰਦੀਆਂ ਨੇ ਹੀ ਲਿਸਟ ਭੇਜੀ ਸੀ, ਸਰਕਾਰ ਦਾ ਕੋਈ ਕਸੂਰ ਨਹੀਂ। ਜੋ ਲਿਸਟ ਉਹਨਾਂ ਨੇ ਭੇਜੀ ਸੀ, ਸਾਡੀ ਅਮਿਤ ਸ਼ਾਹ ਜੀ ਨੇ ਇਹ ਕਿਹਾ ਸੀ ਵੀ ਛੋਟਾ ਬਣਾ ਕੇ ਭੇਜੋ। ਉਹਨਾਂ ਨੇ ਅਮਿਤ ਸ਼ਾਹ ਜੀ ਨੇ ਕਿਹਾ ਵੀ 4-5 ਲੋਕ ਆ ਜਾਣ ਤਾਂ ਅੱਛੀ ਗੱਲ ਹੋ ਸਕਦੀ ਹੈ। ਤਾਂ ਉਹਨਾਂ ਨੇ ਕਿਹਾ ਵੀ 13, ਤਾਂ ਉਹਨਾਂ ਨੇ ਚਲੋ 13 ਦੀ ਲਿਸਟ ਭੇਜੀ ਸੀ, 13 ਨੂੰ ਸੂਚਨਾ ਕਰਤੀ, 13 ਦੇ 13 ਮੀਟਿੰਗ ਦੇ ਵਿੱਚ ਪਹੁੰਚ ਗਏ। ਔਰ ਮੀਟਿੰਗ ਦਾ ਸਰੂਪ ਜਿਹੜੀ ਗੱਲ ਹੋਈ ਉਹਦੇ ਵਿੱਚ ਮਤਲਬ ਅੱਛਾ ਰਿਜ਼ਲਟ ਰਿਹਾ ਸੀਗਾ, ਜਿਹਦੇ ਵਿੱਚ ਸਾਰੀ ਗੱਲ ਹੀ ਮੰਨ ਲਈ। ਹੋਰ ਵੀ ਕਿਹਾ ਕਿ ਹੋਰ ਵੀ ਇਹਦੇ ਵਿੱਚ ਕੋਈ ਅਗਰ ਚੀਜ਼ ਆਉਂਦੀ ਹੈ ਤਾਂ ਆਪਾਂ ਉਹ ਵੀ ਹੱਲ ਕਰਾਂਗੇ, ਕਿਸਾਨਾਂ ਦੇ ਹਿੱਤ ਵਿੱਚ, ਕਿਸਾਨ ਹਿੱਤ ਵਿੱਚ ਹੀ ਹੋਵੇ, ਦੇਸ਼ ਹਿੱਤ ਵਿੱਚ ਹੀ ਹੋਵੇ, ਔਰ ਸਰਕਾਰ ਹਿੱਤ ਵਿੱਚ ਹੀ ਹੋਵੇ, ਸਾਰਿਆਂ ਦੇ ਹਿੱਤ ਵਿੱਚ ਹੀ ਹੋ ਕੇ ਇੱਕ ਅੱਛਾ परिणाम ਜਿਹੜਾ ਨਿਕਲਦਾ ਉਹੀ ਅੱਛਾ ਹੁੰਦਾ ਹੈ ਜੀ। ਤੇ ਤੁਹਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ, ਖੇਤੀਬਾੜੀ ਮੰਤਰੀ ਜਿਹੜੇ ਨੇ ਨਰਿੰਦਰ ਤੋਮਰ ਜੀ, ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਕਿ ਬੈਠਕ ਕਦੋਂ ਹੋ ਸਕਦੀ ਹੈ, ਕਿੱਥੇ ਔਰ ਕਿੰਨੇ ਵਜੇ? ਬੈਠਕ ਤਾਂ ਦੇਖੋ ਮੇਰਾ ਸੋਮਵਾਰ ਵੀ ਹੋ ਸਕਦੀ ਹੈ, ਮੰਗਲਵਾਰ ਵੀ ਹੋ ਸਕਦੀ ਹੈ। ਉਹ ਤਾਂ ਹੁਣ ਸੈਂਟਰ ਸਰਕਾਰ ਪਹਿਲੇ ਚਾਹ ਰਹੀ ਹੈ ਮੀਟਿੰਗ ਕਰਨਾ, ਔਰ ਹੁਣ ਚਿੱਠੀ ਭੇਜਣੀ ਉਹਨਾਂ ਨੇ, ਆਪਦਾ ਕੋਈ ਸਰੂਪ ਤਿਆਰ ਕਰਕੇ ਭੇਜ ਦੇਣਗੇ, ਅੱਜ ਭੇਜ ਦੇਣ, ਕੱਲ੍ਹ ਭੇਜ ਦੇਣ, ਮੀਟਿੰਗ ਤਾਂ ਹੋ ਜਾਣੀ ਹੈ ਜੀ। ਤੇ ਕੀ ਲੱਗਦਾ ਹੈ ਕੁਝ ਕੁ ਕਿਸਾਨ ਜਥੇਬੰਦੀ ਜਿਹੜੇ ਹਾਲੇ ਵੀ ਕਾਫੀ ਬਿਆਨ ਸਾਹਮਣੇ ਆ ਰਹੇ ਨੇ, ਗੱਲਬਾਤ ਦਾ ਦੌਰ ਤੇ ਚਲੋ ਚੱਲੇਗਾ ਹੀ, ਲੇਕਿਨ ਕਾਨੂੰਨ ਨੂੰ ਲਗਾਤਾਰ ਮੁੱਢ ਤੋਂ ਹੀ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਤੇ ਸਰਕਾਰ ਵੀ ਇਸ ਵਾਰ ਜੇਕਰ ਸੋਧ ਕਰ ਰਹੀ ਹੈ ਤੇ ਕੀ ਲੱਗਦਾ ਹੈ ਕਾਨੂੰਨ ਜਿਹੜੇ ਨੇ ਕਿਸਾਨ ਹੁਣ ਮੰਨਣਗੇ? ਕਿਉਂਕਿ 25 ਦਿਨ ਹੋ ਚੁੱਕੇ ਨੇ ਔਰ 25 ਦੇ ਕਰੀਬ ਹੀ ਜਿਹੜੇ ਆ ਕਿਸਾਨ ਜਥੇਬੰਦੀ ਜਿਹੜੇ ਆ ਸ਼ਹੀਦ ਵੀ ਹੋ ਚੁੱਕੇ ਨੇ, ਕਿਸੇ ਦਾ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਕਿਸੇ ਦੀ ਬਾਰਡਰ ਦੇ ਉੱਤੇ ਮੌਤ ਹੋ ਗਈ ਹੈ, ਤੇ ਇਹਨਾਂ ਚੀਜ਼ਾਂ ਨੂੰ ਸਰਕਾਰ ਜਿਹੜੀ ਹੈ ਕਿਸ ਤਰ੍ਹਾਂ ਦੇਖੇਗੀ? ਦੇਖੋ ਦੇਖਣਾ ਕੀ ਹੈ, ਪਹਿਲਾਂ ਯਸ ਔਰ ਨੋ ਕਿਸ ਚੀਜ਼ ਤੇ ਅੜੀ ਸੀ, ਯਸ ਔਰ ਨੋ ਤਾਂ ਕਿਸ ਚੀਜ਼ ਤੇ ਅੜੀ ਸੀ, ਆਈ ਅੜੀ ਸੀ ਨਾ ਵੀ ਕਾਨੂੰਨ ਵਾਪਸ ਲੈ ਲਓ। ਹੁਣ ਜਦੋਂ ਯਸ ਨੋ ਤੋਂ ਅੱਗੇ ਵੱਧ ਕੇ ਗੱਲ ਕਰਾਂਗੇ ਤਾਂ ਫਿਰ ਤਾਂ ਯਸ ਮਤਲਬ ਕਾਨੂੰਨ ਵਾਪਸ ਵਾਲੀ ਤੋਂ ਗੱਲ ਥੋੜ੍ਹੀ ਪਿੱਛੇ ਰਹਿ ਜਾਂਦੀ ਹੈ, ਯਸ ਨੋ ਦੀ ਗੱਲ ਅੱਗੇ ਆ ਜਾਂਦੀ ਹੈ। ਔਰ ਉਹਦੇ ਵਿੱਚ ਸਰਕਾਰ ਨਾਲ ਜਦੋਂ ਤਾਲਮੇਲ ਨਾਲ ਗੱਲ ਹੋਏਗੀ ਤਾਂ ਰਿਜ਼ਲਟ ਨਿਕਲੇਗਾ। ਮੀਟਿੰਗ ਹੋਣ ਦੀ ਹੈ, ਇੱਕ ਮੀਟਿੰਗ ਹੋਏਗੀ, ਮੇਰੇ ਖਿਆਲ ਇੱਕ ਮੀਟਿੰਗ ਹੋਰ ਹੋ ਸਕਦੀ ਹੈ, ਹੱਲ ਹੁਣ ਨਿਕਲਣਾ ਹੀ ਨਿਕਲਣਾ ਜੀ। ਤੇ ਮਤਲਬ ਕਿ ਕਿਆਸ ਇਹੀ ਲਗਾਈਏ ਕਿ ਕਾਨੂੰਨ ਨਹੀਂ ਵਾਪਸ ਹੋਣਗੇ ਲੇਕਿਨ ਸੋਧ ਹੋ ਜਾਣਗੇ, ਜਿਸ ਤਰ੍ਹਾਂ ਕਿਸਾਨ ਕਹਿਣਗੇ ਸਰਕਾਰ ਵੀ ਸੋਧ ਕਰੇਗੀ, ਕਾਨੂੰਨਾਂ ਦੇ ਵਿੱਚ ਗੱਲਬਾਤ ਹੋਏਗੀ ਤੇ ਕਾਨੂੰਨ ਵਾਪਸ ਨਹੀਂ ਹੋਣਗੇ। ਦੇਖੋ ਉਹਦੇ ਵਿੱਚ ਇੱਕ ਗੱਲ ਹੈ ਕਿ ਕੁਛ ਥੱਲੇ ਜਿਹੜੀ ਹੈ ਪੰਜਾਬ ਦੇ ਆਮ ਆਵਾਮ 'ਚ ਗੱਲ ਇੱਕ ਜਾ ਰਹੀ ਹੈ ਕਿ ਸਰਕਾਰ ਜਿਹੜੀ ਹੈ ਆਕੜ ਕਰਕੇ ਇਹ ਕਾਨੂੰਨ ਵਾਪਸ ਨਹੀਂ ਲੈਣਾ ਚਾਹੁੰਦੀ। ਇਹ ਚੀਜ਼ ਬਣ ਗਈ, ਪ੍ਰੈਸ਼ਰ ਬਣ ਗਿਆ ਕਿ ਸਰਕਾਰ 'ਚ ਆਂਕੜ ਹੈ। ਦੇਖੋ ਪਹਿਲੀ ਗੱਲ, ਸਰਕਾਰ 'ਚ ਕਦੇ ਕੋਈ ਆਕੜ ਨਹੀਂ ਹੁੰਦੀ, ਸਰਕਾਰ ਵੋਟਾਂ ਨਾਲ ਬਣਦੀ ਹੈ। ਔਰ ਇੱਕ ਵੋਟ ਵਾਸਤੇ ਅਸੀਂ ਘਰ ਘਰ ਜਾਂਦੇ ਹਾਂ, ਪੈਰ ਵੀ ਫੜਨੇ ਹਾਂ, ਆਪਦੀ ਗਲਤੀਆਂ ਜਿਹੜੀ ਹੁੰਦੀ ਉਹਦੀ ਉਹ ਮੰਗਦੇ ਵੀ ਹਾਂ। ਸਰਕਾਰ ਦੇ ਵਿੱਚ ਆਕੜ ਨਹੀਂ ਹੁੰਦੀ, ਸਰਕਾਰ ਦੀ ਇੱਕ ਮਜਬੂਰੀ ਹੈ। ਤਾਂ ਜਥੇਬੰਦੀਆਂ ਨੂੰ ਵੀ, ਜਥੇਬੰਦੀਆਂ ਹੈ, ਕਿਸਾਨ ਜੇ ਹੈ, ਉਹਨਾਂ ਨੂੰ ਵੀ ਸਰਕਾਰ ਦੀ ਮਜਬੂਰੀ ਸਮਝਣੀ ਚਾਹੀਦੀ ਵੀ ਕੀ ਮਜਬੂਰੀ ਹੈ। ਆਂਕੜ ਨਹੀਂ ਹੈ, ਕੋਈ ਮਜਬੂਰੀ ਹੈ, ਉਹ ਆਪਾਂ ਨੂੰ ਸਮਝ, ਜਥੇਬੰਦੀਆਂ ਕਿਸਾਨਾਂ ਨੂੰ ਸਮਝਣੀ ਚਾਹੀਦੀ ਹੈ, ਔਰ ਸਰਕਾਰ ਨੇ ਜਿਹੜੀ ਹੈ ਕਿਸਾਨਾਂ ਦੀ ਮਜਬੂਰੀ ਸਮਝਣੀ ਹੈ। ਇੱਕ ਦੂਸਰੇ ਤਾਲਮੇਲ ਨਾਲ ਗੱਲ ਬਣਨੀ ਹੈ ਤਾਂ ਉਹ ਬਣੇਗੀ। ਪਰ ਸਰ ਲਗਾਤਾਰ ਨਾ ਸਰਕਾਰ 'ਤੇ ਸਵਾਲ ਇਹੀ ਉੱਠਦੇ ਨੇ ਕਿ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਹੋਰ ਫਾਇਦੇ ਪਹੁੰਚਾਉਣ ਵਾਸਤੇ ਕਾਨੂੰਨ ਬਣਾਏ ਗਏ ਨੇ, ਕਿਸਾਨੀ ਜਿਹੜੀ ਹੈ ਖਤਮ ਹੋ ਜਾਏਗੀ ਇਸ ਨਾਲ ਪੰਜਾਬ ਦੀ। ਦੇਖੋ ਇਹ ਗੱਲ ਜਿਹੜੀ ਹੈ ਨਾ, ਮੈਂ ਕਿਸਾਨ ਹਾਂ ਵੀ ਕਿਸਾਨੀ ਕਿਉਂ ਖਤਮ ਹੋ ਜਾਏਗੀ ਦੱਸੋ? ਉਹਦੇ ਵਿੱਚ ਆਪਾਂ ਨੂੰ ਕੋਈ ਬੈਨ ਤਾਂ ਨਹੀਂ ਕੀਤਾ ਵੀ ਆ ਜ਼ਰੂਰੀ ਕਰਨਾ ਜਿਹੜਾ ਉਹਦੇ ਕਾਨੂੰਨ ਦੇ ਵਿੱਚ ਗੱਲ ਕੋਈ ਸੀਗੀ, ਮੈਂ ਹੁਣ ਉਹ ਗੱਲ ਨਹੀਂ ਕਰਨਾ ਚਾਹੁੰਦਾ, ਤੁਸੀਂ ਗੱਲ ਪੁੱਛਦੇ ਹੋ ਫਿਰ ਕਰਨਾ ਵੀ ਉਹਦੇ ਵਿੱਚ ਕੋਈ ਬੈਨ ਤਾਂ ਨਹੀਂ ਵੀ ਤੁਸੀਂ ਹਰੂ ਮਰੂ ਆਈ ਕਰਨਾ ਹੀ ਹੈ, ਉਹ ਤਾਂ ਕਿਤੇ ਬੈਨ ਨਹੀਂ ਹੈ, ਤੁਹਾਡੀ ਮਰਜ਼ੀ ਹੈ, ਉਹ ਕਰ ਸਕਦੇ ਹੋ। ਉਹਦੇ ਵਿੱਚ ਸੋਧ ਇਹਨਾਂ ਨੇ ਕੀਤੀ, ਜਿਹੜੀ ਗੱਲ ਕਹੀ ਸੀ ਵੀ ਮੰਡੀ ਜਿਹੜੀ ਹੈ, ਜਿਹੜੀ ਮੰਡੀ ਰਹੇਗੀ ਬਾਹਰ, ਜਿਹੜੀ ਮੰਡੀ ਉਹਦੇ ਟੈਕਸ ਨਹੀਂ ਲੱਗੇਗਾ। ਇਹਨਾਂ ਨੇ ਕਿਹਾ ਫਿਰ ਉਹ ਅੰਦਰਲੀ ਮੰਡੀ ਨੂੰ ਡੈਮੇਜ ਹੋਏਗਾ ਤਾਂ ਉਹ ਕਿ ਵੀ ਬਾਹਰ ਵੀ ਟੈਕਸ ਲੱਗਣਾ ਚਾਹੀਦਾ। ਸਰਕਾਰ ਨੇ ਕਹਿੰਦੇ ਟੈਕਸ ਲਾ ਦਾਂਗੇ। ਉਹਨਾਂ ਨੇ ਕਿਹਾ ਵੀ ਕਾਰਪੋਰੇਟ ਘਰਾਂ ਜਿਹੜੇ ਕੰਟਰੈਕਟ ਫਾਰਮਿੰਗ ਹੋਏਗੀ ਉਹਦੇ ਬਾਅਦ ਅਗਰ ਮਤਲਬ ਉਹਦੇ ਨਾਲ ਜੇ ਝਗੜਾ ਕਿਸੇ ਦੇ ਨਾਲ ਹੋਇਆ ਤਾਂ ਜਿਹੜੀ ਵੀ SDM ਦੇ ਕੋਲ ਪਾਵਰ, SDM ਵੀ ਪ੍ਰੈਸ਼ਰ ਥੱਲੇ ਜਾਂ ਕਿਸੇ ਦੀ ਸਿਫਾਰਿਸ਼ ਮੰਨ ਲੈਂਦੇ ਸਾਨੂੰ ਕੋਰਟ ਜਾਣ ਦਾ ਹੋਣਾ ਚਾਹੀਦਾ। ਤਾਂ ਸਰਕਾਰ ਨੇ ਕਹਿੰਦਾ ਕੋਰਟ ਵੀ ਬਣਾ ਦਿੰਦੇ ਆ,
ਫਾਸਟ ਟਰੈਕ ਕੋਰਟ ਵੀ ਬਣਾ ਦਿੰਦੇ ਆ। ਉਹ ਸਾਰੀ ਗੱਲ ਜਿਹੜੀ ਹੈ, ਜੋ ਹੋਰ ਵੀ ਕੋਈ ਸਮੱਸਿਆ, ਸਾਰੀ ਗੱਲਾਂ ਜਿਹੜੀ ਉਹਦੇ ਵਿੱਚ ਜਿਹੜੀ ਜੋ ਸ਼ੰਕਾ ਸੀ, ਦਿੱਕਤ ਸੀ, ਉਹ ਸਾਰੀ ਸਰਕਾਰ ਨੇ ਹਾਂ ਕਰ ਲਈ। ਔਰ ਹੋਰ ਵੀ ਕੋਈ ਗੱਲ ਹੈ ਉਹ ਵੀ ਕਰ ਦੇਣਗੇ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਸਰ ਮੇਰਾ ਆਖਰੀ ਸਵਾਲ ਹੀ ਰਹੇਗਾ, ਸਰਕਾਰ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ, ਸੱਦਾ ਭੇਜਿਆ ਜਾ ਸਕਦਾ ਕਿਸਾਨਾਂ ਨੂੰ, ਲੇਕਿਨ ਤੁਸੀਂ ਕਹਿ ਰਹੇ ਹੋ ਕਿਸਾਨ ਆਗੂ ਜਿਹੜੇ ਕਹਿ ਰਹੇ ਯੈਸ ਔਰ ਨੋ, ਤਾਂ ਹੁਣ ਅਸੀਂ ਅੱਗੇ ਵਧਾਂਗੇ, ਗੱਲ ਕਰਾਂਗੇ। ਕਿਸੇ ਕਿਸਾਨ ਆਗੂ ਨਾਲ ਤੁਹਾਡੀ ਗੱਲਬਾਤ ਹੋਈ ਹੈ ਇਸ ਮਸਲੇ 'ਤੇ? ਨਹੀਂ, ਸਾਰਿਆਂ ਨਾਲ ਹੀ ਹੁੰਦੀ ਗੱਲਬਾਤ ਜੀ, ਸਾਰਿਆਂ ਨਾਲ ਹੀ ਗੱਲਬਾਤ ਹੁੰਦੀ ਹੈ। ਗੱਲਬਾਤ ਹੋ ਗਈ ਮੇਰੇ ਗੱਲਬਾਤ ਹੁੰਦੀ ਹੈ ਤੁਹਾਡੀ ਮੀਡੀਆ ਰਾਹੀਂ, ਟੈਲੀਵਿਜ਼ਨ 'ਚ ਆਪਾਂ ਦੇਖਦੇ ਹਾਂ, ਸਾਰਿਆਂ ਨੇ ਬਿਆਨ ਦਿੱਤੇ ਨੇ ਕਿ ਅਸੀਂ ਯੈਸ ਨੋ ਤੋਂ ਅੱਗੇ ਵੱਧ ਕੇ ਗੱਲ ਕਰਾਂਗੇ। ਤਾਂ ਹੋਰ ਕੋਈ ਮੇਰੇ ਇਕੱਲੇ ਦੀ ਤਾਂ ਗੱਲ ਹੈ ਨਹੀਂ। ਤੁਸੀਂ ਮੀਡੀਆ ਜਿਹੜਾ ਸਾਰਿਆਂ ਨੂੰ ਪੁੱਛਦਾ ਹੈ, ਚਲੋ ਉਹਦੇ ਵਿੱਚ ਕੋਈ ਇੱਕ ਅੱਧਾ ਇਹੋ ਜਿਹਾ ਕੋਈ ਹੁੰਦੇ ਵੀ ਨੇ ਜਿਹੜੇ ਕੋਈ ਗੱਲ ਆਪਦੀ ਰਾਏ, ਉਹ ਅਲੱਗ-ਅਲੱਗ ਰਾਏ ਉਹ ਰੱਖ ਦਿੰਦੇ ਨੇ, ਪਰ ਜ਼ਿਆਦਾਤਰ ਰਾਏ ਸਾਡੇ ਸਾਹਮਣੇ ਆਈ ਹੈ ਕਿ ਠੀਕ ਹੈ ਮੀਟਿੰਗ ਰਖਾਓ, ਯੈਸ ਨੋ ਤੋਂ ਅੱਗੇ ਵੱਧ ਕੇ ਗੱਲ ਕਰਦੇ ਹਾਂ। ਤਾਂ ਸਰਕਾਰ ਦੇ ਨੌਲੇਜ 'ਚ ਵੀ ਇਹ ਗੱਲ ਗਈ ਹੈ, ਤਾਂ ਹੁਣ ਸਰਕਾਰ ਜਿਹੜੀ ਹੈ ਮੀਟਿੰਗ ਦਾ ਸੱਦਾ ਪੱਤਰ ਜਾਂ ਜਿਸ ਤਰ੍ਹਾਂ ਵੀ ਉਹ ਭੇਜੇਗੀ। ਔਰ ਵੈਸੇ ਸੱਦਾ ਪੱਤਰ ਦੀ ਵੀ ਗੱਲ ਕਰੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਕਹਿਤਾ ਕਿ ਸਾਡੇ ਬੂਹੇ ਖੁੱਲੇ, ਕਦੇ ਵੀ ਮਿਲੋ। ਹੁਣ ਅਗਰ ਜਥੇਬੰਦੀਆਂ ਚਾਹੀਏ ਪ੍ਰਧਾਨ ਮੰਤਰੀ ਨੂੰ ਮਿਲਣ ਵਾਸਤੇ ਤਾਂ ਲੈ ਕੇ ਟਾਈਮ ਮਿਲ ਲੈਣ। ਕੋਈ ਜੇ ਟਾਈਮ ਲੈ ਕੇ ਜਾਣਾ ਚਾਹੁੰਦੇ ਹੈ ਤਾਂ ਪ੍ਰਧਾਨ ਮੰਤਰੀ ਕੋਈ ਮਨਾ ਕਰਦਾ? ਪ੍ਰਧਾਨ ਮੰਤਰੀ ਮਨਾ ਨਹੀਂ ਕਰਦੇ। ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਵੀ ਕੀਤਾ ਹੈ, ਮੈਂ ਹੱਥ ਜੋੜ ਕੇ ਪ੍ਰਾਰਥਨਾ ਕਰਦਾ, ਮੇਰੇ ਕਿਸਾਨ ਸਾਡੇ ਨੇ, ਆਓ ਕਦੇ ਵੀ ਆਓ। ਤਾਂ ਹੁਣ ਮੰਨ ਕੇ ਚਲੋ ਪ੍ਰਧਾਨ ਮੰਤਰੀ ਨੂੰ ਅਗਰ ਜਥੇਬੰਦੀ ਜਾ ਕੇ ਮਿਲੇ ਤਾਂ ਕੋਈ ਰੋਕਦਾ? ਤੇ ਜਥੇਬੰਦੀਆਂ ਟਾਈਮ ਲੈਣ, ਤਕੜਾ ਜਿਹਾ ਕਰਨ। ਦੇਸ਼ ਦਾ ਪ੍ਰਧਾਨ ਮੰਤਰੀ ਹੈ, ਪ੍ਰਧਾਨ ਮੰਤਰੀ ਸਾਰਿਆਂ ਦਾ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਸਾਰਿਆਂ ਦਾ। ਆ ਤਾਂ ਨਹੀਂ ਹੈ ਕੋਈ ਪਾਰਟੀ ਦਾ ਨਹੀਂ ਹੁੰਦਾ, ਜਦੋਂ ਬਣ ਜਾਂਦਾ ਤਾਂ ਸਾਰਿਆਂ ਦਾ ਹੁੰਦਾ। ਤੇ ਜਥੇਬੰਦੀਆਂ ਚਾਹਣ ਤਾਂ ਉਹਦਾ ਸੱਦਾ ਦੇਤਾ ਉਹਨਾਂ ਨੇ। ਜੇ ਅਗਰ ਸੱਦਾ ਪੱਤਰ ਉੱਥੋਂ ਆਉਣਾ ਥੋੜਾ ਹੁੰਦਾ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ, ਜਾ ਕੇ ਤੁਸੀਂ ਟਾਈਮ ਲਿਓ, ਆਨਲਾਈਨ ਟਾਈਮ ਲਿਓ, ਜਥੇਬੰਦੀਆਂ ਨੂੰ ਟਾਈਮ ਮਿਲੇਗਾ। ਕਿਉਂ ਨਹੀਂ ਦਿੰਦੇ ਉਹ? ਅੱਗੇ ਅਸੀਂ ਟਾਈਮ ਲਿਆ, ਮੈਂ ਲਿਆ ਟਾਈਮ, ਕਿਸਾਨਾਂ ਨੂੰ ਅਸੀਂ 80 ਕਿਸਾਨ ਜਥੇਬੰਦੀ ਪੰਜਾਬ ਤੋਂ ਆਏ ਸੀ, ਅਸੀਂ ਟਾਈਮ ਦਿੱਤਾ, ਸਾਨੂੰ ਪ੍ਰਧਾਨ ਮੰਤਰੀ ਨੇ ਟਾਈਮ ਦਿੱਤਾ, ਗੰਨੇ ਦੀ ਸਮੱਸਿਆ ਗੱਲ ਸੁਣੀ, ਸਾਡਾ ਹੱਲ ਵੀ ਹੋਇਆ। ਤਾਂ ਜਥੇਬੰਦੀਆਂ ਵੀ ਅਗਰ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੁੰਦਾ, ਪ੍ਰਧਾਨ ਮੰਤਰੀ ਤਾਂ ਆਪਦੇ ਮਤਲਬ ਬਿਆਨਾਂ ਦੇ ਵਿੱਚ ਵੀ ਕਹਿ ਚੁੱਕੇ ਨੇ ਵੀ ਆਓ ਕਿਸੇ ਨੇ ਮਿਲਣਾ ਤਾਂ ਆ ਜਾਓ। ਪਰ ਜਦੋਂ ਪ੍ਰੋਟੋਕੋਲ ਹੈ, ਜੇ ਪ੍ਰਧਾਨ ਮੰਤਰੀ ਕੋਲ ਜਾਣਾ ਹੈ ਤਾਂ ਅੱਜ ਹੀ ਜਥੇਬੰਦੀਆਂ ਸਾਰੀ ਇਕੱਠੀ ਹੋਣ ਤੇ ਟਾਈਮ ਲੈ ਲੈਣਾ, ਤਾਂ ਟਾਈਮ ਮਿਲੂਗਾ, ਜਾ ਕੇ ਆਪਦੀ ਗੱਲ ਕਰ ਲੈਣ। ਕੌਣ ਰੋਕਦਾ? ਐਤਕੀ ਮੀਟਿੰਗ ਦੀ ਕਮਾਨ ਕੌਣ ਸੰਭਾਲਣ ਲੱਗੇ ਨੇ? ਕੋਈ ਵੱਡੇ ਨੁਮਾਇੰਦੇ ਸੰਭਾਲਣਗੇ, ਦੇਸ਼ ਦੇ ਗ੍ਰਹਿ ਮੰਤਰੀ ਜਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ, ਜਾਂ ਸਿਰਫ ਖੇਤੀਬਾੜੀ ਮੰਤਰੀ ਜਾਂ ਰੇਲ ਮੰਤਰੀ ਮੌਜੂਦ ਹੋਣਗੇ? ਦੇਖੋ ਪ੍ਰੋਟੋਕੋਲ ਦਾ ਦੇਖੋ, ਜਿਹਦਾ ਮਹਿਕਮਾ ਹੈ, ਜਿਹਨੇ ਗੱਲ ਕਰਨੀ ਹੈ, ਜਿਹੜਾ ਅਫਸਰਾਂ ਦੇ ਉਸ ਮਹਿਕਮੇ ਦੀ ਗੱਲ ਕਰਨੀ ਹੈ, ਤਾਂ ਪ੍ਰੋਟੋਕੋਲ ਦੇ ਨਾਲ ਤਾਂ ਖੇਤੀਬਾੜੀ ਮੰਤਰੀ ਬੈਠਦੇ ਆ, ਇਹਨੇ ਖੇਤੀਬਾੜੀ ਮੰਤਰੀ ਨੇ ਬੈਠਣਾ ਹੈ। ਔਰ ਬਾਕੀ ਅਗਰ ਕੋਈ ਸਰਕਾਰ ਦੀ ਮਰਜ਼ੀ ਹੁੰਦੀ ਹੈ, ਅਗਰ ਕੋਈ ਹੋਰ ਵੀ ਬੈਠਣਾ ਚਾਹੇ ਤਾਂ ਬੈਠ ਜਾਂਦੇ ਆ, ਤਾਂ ਉਹਨਾਂ ਦੀ ਮਰਜ਼ੀ ਹੈ। ਮੈਂ ਤਾਂ ਇਹਦੇ ਵਿੱਚ ਕੁਝ ਨਹੀਂ ਕਹਿ ਸਕਦਾ। ਹਾਂ, ਮੈਂ ਇਹ ਕਹਿ ਸਕਦਾ ਕਿ ਨਰਿੰਦਰ ਤੋਮਰ ਜੀ ਮੀਟਿੰਗ ਲੈਣਗੇ ਜੀ। ਸੋ ਤੁਸੀਂ ਸਾਰੀ ਗੱਲਬਾਤ ਸੁਣ ਰਹੇ ਸੀਗੇ। ਸਾਡੀ ਗੱਲ ਭਾਜਪਾ ਆਗੂ ਸੁਰਜੀਤ ਕੁਮਾਰ ਜਾਣੀ ਜੀ ਨਾਲ ਹੋ ਰਹੀ ਸੀ, ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੀ ਮੁਲਾਕਾਤ ਫਿਰ ਇੱਕ ਵਾਰ ਕੇਂਦਰ ਨਾਲ ਹੋ ਸਕਦੀ ਹੈ। ਬੈਠਕਾਂ ਦਾ ਦੌਰ ਫਿਰ ਜਾਰੀ ਹੋਏਗਾ, ਕਾਨੂੰਨਾਂ ਦੇ ਵਿੱਚ ਸੋਧ ਹੋਏਗੀ। ਕਿਸਾਨਾਂ ਦੀ ਹਰ ਗੱਲਾਂ ਸਰਕਾਰ ਮੰਨ ਰਹੀ ਹੈ ਅਤੇ ਅੱਗੇ ਵੀ ਜੇਕਰ ਕੁਝ ਸੋਧ ਹੋਣੇ ਨੇ ਤਾਂ ਬੈਠਕ ਨਾਲ ਹੀ ਹੱਲ ਨਿਕਲ ਸਕਦਾ, ਕਿਉਂਕਿ 8 ਦਸੰਬਰ ਤੋਂ ਬਾਅਦ ਬੈਠਕਾਂ ਦਾ ਦੌਰ ਜਿਹੜਾ ਰੁਕ ਗਿਆ ਸੀਗਾ। ਗ੍ਰਹਿ ਮੰਤਰੀ ਜੀ ਨਾਲ ਵੀ ਗੱਲਬਾਤ ਹੋਈ ਸੀ, ਲੇਕਿਨ ਉਸ ਵਕਤ ਦੀ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਫਿਰ ਵਾਪਸ ਆ ਗਈਆਂ ਸੀ, ਸਹਿਮਤੀ ਨਹੀਂ ਬਣ ਪਾਈ ਸੀ। ਪਰ ਹੁਣ ਇੱਕ ਵਾਰ ਫਿਰ ਬੈਠਕ ਦਾ ਸੱਦਾ ਜਿਹੜਾ ਭੇਜਿਆ ਜਾਏਗਾ ਕੇਂਦਰ ਵੱਲੋਂ, 1-2 ਦਿਨਾਂ ਦੇ ਵਿੱਚ ਜਿਹੜੀ ਹੈ ਬੈਠਕ ਹੋ ਸਕਦੀ ਹੈ। ਅੱਗੇ ਕਿਸਾਨ ਜਥੇਬੰਦੀਆਂ ਕਿਸ ਤਰ੍ਹਾਂ ਦੀ ਰਣਨੀਤੀਆਂ ਤੈਅ ਕਰਦੀਆਂ ਨੇ, ਸਰਕਾਰ ਨਾਲ ਕਿਸ ਤਰੀਕੇ ਦੀ ਗੱਲਬਾਤ ਹੁੰਦੀ ਹੈ, ਕਿਉਂਕਿ ਅੜੀ ਜਿਹੜੀ ਸੀ ਕਿਸਾਨਾਂ ਦੀ ਸੀ ਯੈਸ ਔਰ ਨੋ ਦੀ, ਉਸ ਤੋਂ ਅੱਗੇ ਵੱਧ ਕੇ ਹੁਣ ਜਿਹੜਾ ਹੈ ਕਿਸਾਨ ਜਥੇਬੰਦੀਆਂ ਵਿੱਚ ਜਿਹੜੀ ਆ ਗੱਲਬਾਤ ਕਰਨ ਲਈ ਕਿਤੇ ਨਾ ਕਿਤੇ ਰਾਜ਼ੀ ਹੋ ਰਹੀਆਂ ਨੇ ਕੇਂਦਰ ਦੇ ਨਾਲ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਹੋ ਜਾਏਗਾ ਕਿ ਕਿਸਾਨ ਜਥੇਬੰਦੀਆਂ ਔਰ ਸਰਕਾਰ ਦੇ ਨਾਲ ਕਿਸ ਤਰ੍ਹਾਂ ਦੀ ਸਹਿਮਤੀ ਹੁੰਦੀ ਹੈ, ਔਰ ਕਾਨੂੰਨ ਜਿਹੜੇ ਖੇਤੀ ਦੇ ਬਣਾਏ ਗਏ ਨੇ ਇਸ ਦਾ ਕੀ ਸਿਰਾ ਰਹੂਗਾ। ਕੈਮਰਾ ਪਰਸਨ ਕਰਨ ਸੋਨਕਰ ਦੇ ਨਾਲ ਦਵਿੰਦਰ ਸਿੰਘ, D5 ਚੈਨਲ ਪੰਜਾਬੀ, ਦਿੱਲੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।